प्रोग्राम हालात हाज़रात देखने वालों की खिदमत में मोहब्बत भरा सलाम। पहले हिस्से में यकूब साहब हमारे साथ होंगे और दूसरे हिस्से में मैं आपको बताऊंगा कि जो पाकिस्तान में तालीम याफ्ता लोग हैं, ऐसे ऐसे लोग हैं जो पाकिस्तान छोड़ चुके हैं। कोई अमेरिका में रह रहा है, कोई इंग्लैंड में रह रहा है, किसी को मजहबी नफ़रत की वजह से पाकिस्तान से जाना पड़ा और दूसरे लोगों ने फ़ायदा उठाया। पहले इसे में यकूब साहब से पूछेंगे कि हमारे पास ये इतला है कि वज़ीर आज़म इस वक्त सख्त परेशान है और कहा यह जा रहा है कि सदर पाकिस्तान इतमाद का वोट लेने का कह सकते हैं। अभी 2-4 दिनों में आपको पता चल जाएगा। जी यकूब साहब, आप क्या समझ रहे हैं? जी जी हाँ, सब तो पहले मेरी तरफों ਤੁਹਾਡੀ ਪੂਰੀ ਟੀਮ ਨੂੰ ਔਰ ਪੂਰੇ ਜਿੱਥੇ ਇੱਥੇ ਦੇ ਪਾਕਿਸਤਾਨੀ ਭੈਣ ਭਰਾ ਨੂੰ ਸਭ ਨੂੰ ਸਲਾਮ ਅਲੈਕੁਮ। वालेकुम सलाम। ਜਿਹੜਾ ਤੁਸੀਂ ਪਿਆ ਨੂੰ 4-5 ਦਿਨ ਨੂੰ ਇਹ ਜਵੇਦ ਸਾਹਿਬ ਕੱਲ ਤੇ ਅੱਜ ਪਰਸੋਂ ਕੱਟੀ ਕੱਟਾ ਨਿਕਲ ਜਾਣਾ। अच्छा ਜੀ ਹਾਂ, ਇਹ ਲੇਟ ਹੋਣ ਵਾਲੀ ਗੱਲ ਨਹੀਂ ਹੈ। ਉਹ ਤੁਸੀਂ ਦੇਖਿਆ ਨਾ, ਕੱਲ ਉਹਨੇ ਕਿਹਾ ਕਿ ਸਦਰ ਸਾਹਿਬ ਨਹੀਂ, ਉਹਨੇ ਖੁਦ ਕਿਹਾ ਉਸ ਨੇ ਤਮਾਸ਼ਾ ਤੇ ਬੰਦਰ ਮੈਂ ਤੁਹਾਨੂੰ ਰਿਆਦ ਕਹਿੰਦੇ ਨਹੀਂ, ਮੈਂ ਕਹਾਂ ਮੇਰੀ ਜ਼ੁਬਾਨ ਪਲੀਤ ਹੋ ਜਾਂਦੀ, ਬਾਅਦ ਮੈਨੂੰ ਵਜ਼ੂ ਕਰਨਾ ਪੈ ਜਾਂਦਾ। ਨੌਜ਼ੁ ਬਿਲਾ ਕਰੋ ਕਿ ਸਾਡਾ, ਮੈਂ ਕਦੇ ਸੋਚਿਆ ਵੀ ਨਹੀਂ ਤਾਰੀਖ 'ਚ ਲਿਖਿਆ ਜਾਏਗਾ ਕਿ ਸਾਡਾ ਇਹ ਵੀ ਪਾਕਿਸਤਾਨ ਦਾ ਵਜ਼ੀਰ ਬਣਿਆ ਜੇ ਹੈ। ਤੇ ਉਹ ਲਾਂਤ ਪੈ ਜੇ, ਫਿਰ ਲੰਮੀ ਗੱਲ ਹੋ ਜਾਂਦੀ। ਸਾਰੇ ਲਾਂਤ ਹੀ ਬੈਠੇ ਨੇ, ਕੋਈ ਕਿਤੇ ਨਾ ਕੋਈ 1200-1300 ਬੰਦਾ ਬਗੈਰ ਜਿਹੜਾ ਪਾਕਿਸਤਾਨ ਤੇ ਅਸਰ ਮੁਸੱਲਾ ਦਾ ਚਮਕ ਸੂਬਿਆਂ 'ਚ। ਤੇ ਅਰਜ਼ ਇਹ ਹੈ ਬਈ ਜਿਹੜਾ ਆਖੋ ਨਾ ਬਈ ਇਹਨਾਂ ਦੀ ਕੋਈ ਗੱਲ ਹੈ ਜਾਂ ਇਹਨਾਂ ਦੀ ਕੋਈ ਜ਼ਬਾਨ ਹੈ ਜਾਂ ਕੋਈ ਇਨਸਾਨ ਦੇ ਬੱਚੇ ਨੇ ਮੈਂ ਛੋਟੀ ਜਿਹੀ ਮੁਕਾਨਾ ਵਾ ਜਿਹੜੀ ਇਸ ਵੇਲੇ ਪੀਪਲ ਪਾਰਟੀ ਪੂਰੀ ਜਿਹੜੇ ਆਮ ਆਵਾਮ ਹੈ ਉਹ ਸਾਦੇ ਬੰਦੇ ਨੇ, ਉਹਨਾਂ ਨੂੰ ਨਹੀਂ ਪਤਾ, ਜਾਹਿਲ ਨੇ, ਪੜ੍ਹੇ ਲਿਖੇ ਨਹੀਂ, ਆਪਣੀਆਂ ਮਜ਼ਦੂਰੀਆਂ ਕਰਦੇ ਨੇ। ਜਿਵੇਂ ਸਰ ਮੈਂ ਅਸੀਂ 4 ਭਰਾ ਵਾਂ, ਦੂਜਾ ਫਿਰ ਮੇਰਾ ਅਕਲ ਨਹੀਂ ਰਲਦਾ। ਉਹ ਬਦਮਾਸ਼ ਨਹੀਂ, ਕੁਝ ਨਹੀਂ, ਜ਼ਾਲਮ ਨਹੀਂ, ਉਹਨਾਂ ਸਿਆਸਤ ਦਾ ਕੋਈ ਤਲਕ ਕੀ ਨੂੰ ਪਤਾ ਹੀ ਦੁਨੀਆ ਦੇ ਕੀ ਹੋਣ ਡਏ ਹੈ। ਉਹ ਆਪਣਾ ਕਮਾਉਂਦੇ ਨੇ, ਸ਼ਾਮੀ ਖਾਂਦੇ ਨੇ ਤੇ ਗਾਂ ਨੂੰ ਸੌਂ ਜਾਂਦੇ ਨੇ, ਉਹਨਾਂ ਦਾ ਮੇਰਾ ਤਲਕ ਹੀ ਕੋਈ ਨਹੀਂ। ਉਹ ਮੈਨੂੰ ਆਖਦੇ ਤੂੰ ਬਿਮਾਰ ਬੰਦਾ ਹੈ, ਵੱਡਾ ਬੁੱਢਾ ਬੰਦਾ, ਕਿਉਂ ਬਿਮਾਰੀ ਲਾਈ ਹੈ? ਮੈਂ ਕਿਹਾ ਮੈਂ ਨਹੀਂ ਲੈ ਸਕਦਾ। ਇਹ ਜਵੇਦ ਸਾਹਿਬ ਵੀ ਕੱਸ ਦੀਆਂ 5 ਉਂਗਲਾਂ ਨੇ, ਅਗਰ 5 ਉਂਗਲਾਂ ਬਰਾਬਰ ਕਰ ਲਓ, ਸਿੱਧੀਆਂ ਕਰ ਲਓ, ਇਹ ਮੁੱਠ ਨਹੀਂ ਬਣ ਸਕਦੀ, ਟਕਦੀ ਨਹੀਂ ਹੈ। ਜਦੋਂ ਕਿ 5 ਵੱਖੋ ਵੱਖ ਨਾ ਰੱਬ ਨੇ ਬਣਾਈਆਂ, ਕਿਸੇ ਬੰਦੇ ਨਹੀਂ ਬਣਾਈਆਂ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਇਸ ਵੇਲੇ MLA ਨੇ ਜਾਂ MPA ਨੇ ਜਾਂ ਜਿਹੜੇ ਸਹਾਫੀ ਨੇ, ਤਜਜ਼ੀਆ ਨਿਗਾਰ ਨੇ, ਜਿਹੜੇ ਪੀਪਲ ਪਾਰਟੀ ਦੇ ਜਾਂ ਜਿਹੜੇ ਬੰਦੇ ਨੂਨ ਲੀਗ ਨੂੰ ਆਪਣਾ ਲੀਡਰ ਮੰਨਦੇ ਨੇ, ਉਹਨਾਂ ਦੀ ਅਕਲ ਤੇ ਸਵਾਏ ਮਾਤਮ ਤੂੰ ਜਾਂ ਉਹਨਾਂ ਦੀ ਅਕਬ ਤੋਂ ਖੁਦਾ ਉਹਨਾਂ ਨੂੰ ਮਾਫ ਕਰੇ। ਉਹ ਖਾਲੀ ਇਹ ਨਹੀਂ ਕਿ ਉਹਨਾਂ ਦੀ ਅਕਲ ਨੁਕਸਾਨ, ਉਹ ਆਪਣੀ ਜ਼ਾਤ ਨੂੰ ਨੁਕਸਾਨ ਚਾਹੁੰਦੇ ਰਹੇ, ਆਪਣੀ ਔਲਾਦ ਨੂੰ ਜਿਹੜਾ ਰਾਮ ਖਾਨ ਉਹ ਨੁਕਸਾਨ ਚਾਹੁੰਦੇ ਰਹੇ, ਜਿਹੜਾ ਦੁਨੀਆ ਦੇ ਸਾਹਮਣੇ ਬਤਾ। ਦੇਖੋ ਅੱਜ ਉਹਨਾਂ ਦਾ ਨੂਨ ਲੀਗ ਦਾ ਇੱਕ ਗਿਆ, ਉਹ ਪਤਾ ਨਹੀਂ MPA ਜਾਂ MLA, ਪਤਾ ਨਹੀਂ ਉਹ ਮਰੀ ਗਿਆ ਇਫਤਤਾਹ ਕਰਨ, ਪਤਾ ਨਹੀਂ ਕਿਹੜੇ ਮਨਸੂਬੇ ਦਾ, ਮੈਨੂੰ ਆ ਨਹੀਂ ਰਿਹਾ, ਮੈਂ ਲੇਟ ਲਾਇਆ। ਤੇ ਉਹਨਾਂ ਤੇ ਲੋਕਾਂ ਨੇ ਲਾਹਨਤਾਂ ਭੇਜੀਆਂ ਨੇ, ਪੂਰੀ PDM ਨੂੰ ਲੋਕਾਂ ਨੇ 9,000 ਗਾਲ ਕੱਢੀ ਹੈ, ਨੂਨ ਲੀਗ ਨੂੰ ਨੱਸਿਆ ਉੱਥੋਂ। ਉਹ ਬੰਦਾ 1 ਮਿੰਟ ਇਹਨੇ ਬੋਲਣ ਦਿੱਤਾ ਹੀ ਨਹੀਂ, ਸਮਝ ਨਹੀਂ ਆ ਗਈ। ਇਹਨਾਂ ਨੇ ਜਿਹੜਾ ਤੁਸੀਂ ਫਰਮਾ ਰਹੇ ਹੋ ਨਾ ਬਈ, ਜਿਹੜਾ ਇਹ ਨਵਾਜ਼ ਸ਼ਰੀਫ ਹੈ, ਇਹਨੇ ਪਹਿਲਾਂ ਤਾਂ ਉਹਨੂੰ ਕਿਹਾ ਮੈਂ ਇਤਮਾਦ ਦਾ ਵੋਟ ਲੈਣਾ, ਮਗਰ ਜਿਹੜਾ ਡੱਡੂ ਚੱਲ ਗਿਆ ਉਹਨੇ ਕਿਹਾ ਨਹੀਂ ਅਸੀਂ ਕੋਈ ਨਹੀਂ ਲੈਣਾ। ਜਿਹੜਾ ਸਦਰ ਕਹਿੰਦਾ ਪਿਆ ਉਹਨਾਂ ਜਵੇਦ ਸਾਹਿਬ ਮੁੱਕਦੀ ਗੱਲ ਹੈ ਸਿੱਧੀ। ਇਹ ਇਤਨੇ ਕੀ ਪਲੀਤ ਨੇ, ਇਤਨੇ ਕੀ ਨਾਪਾਕ ਨੇ, ਇਤਨੇ ਕੀ ਬੇਗੈਰਤ ਨੇ। ਦੇਖੋ ਤੁਸੀਂ ਤਾਂ ਤੱਕ ਲਓ, ਇਹਨਾਂ ਦੀ ਕੱਢੋ ਬਾਹਰ ਕੋਈ ਲਾਏ ਚੱਲਣ ਵਾਲਾ ਬੰਦਾ, ਕਿਹੜਾ ਇਹ ਮਰਦ ਕੀ ਤੇ ਔਰਤਾਂ ਕੀ, ਇਹਨਾਂ ਦਾ ਨਾਲ ਹੀ ਜ਼ਬਾਨ ਪਲੀਤ ਹੋ ਜਾਂਦੀ। ਕਿੰਨੀ ਭੌਂਕਦੇ ਕੁੱਤੇ ਵਾਂਗੂ ਇਮਰਾਨ ਖਾਨ ਵਾਸਤੇ ਤੂੰ ਅਸੈਂਬਲੀਆਂ ਕੱਲ ਨਾ ਮੁਅੱਤਲ ਦੋਵੇਂ ਖੈਬਰ ਪਖਤੂਨਖਵਾ ਤੇ ਪੰਜਾਬ ਤੱਕ ਅਸੀਂ ਸਾਰੇ ਇਲੈਕਸ਼ਨ ਕਰਾਉਂਦੇ। ਉਹਨਾਂ ਦੀ ਗੈਰਤ ਨਹੀਂ ਹੈ, ਇਨਸਾਨ ਦੇ ਬੱਚੇ ਨਹੀਂ, ਉਹ ਕਿਸੇ ਕੁੱਤੇ ਦੇ ਬੱਚੇ ਨੇ। ਉਹ ਕਿੰਝ ਆਪਣੀ ਔਲਾਦ ਦੇ ਸਾਹਮਣੇ ਮੂੰਹ ਕਰਦੇ ਹੋਣਗੇ, ਕਿੰਝ ਮਰਦ ਆਪਣੀ ਬੀਵੀ ਦੇ ਸਾਹਮਣੇ ਮੂੰਹ ਕਰਦੇ ਹੋਣਗੇ, ਜਿਹੜੀਆਂ ਔਰਤਾਂ ਨੇ ਉਹ ਆਪਣੀਆਂ ਭੈਣਾਂ ਦੇ ਜਾਂ ਆਪਣੇ ਖਾਮਨ ਦੇ ਸਾਹਮਣੇ, ਜਿਹੜੀਆਂ ਆਦੀਆਂ 24 ਘੰਟੇ ਗਟਰ ਖੁੱਲੇ। ਤੂੰ ਅਸੈਂਬਲੀਆਂ ਤੋੜ ਨਾ ਤੱਕ ਅਸੀਂ ਰਹਿਦਾ ਨਹੀਂ, ਉਹਨਾਂ को गैर। अच्छा चलो, ये लंबी बहस हो जानी है। आज ISPR ने ये कहा है जनाब कि हमारे लिए तमाम सियासी पार्टियां बराबर हैं, हम उनकी इज्जत करते हैं, अगर वफाक कहेगी तो हम सिक्योरिटी भिजवा सकते हैं। वो बाकायदा तौर पर आइन की वो उन्होंने आर्टिकल 245 शायद बताई है। आप क्या समझते हैं कि ये जो ISPR आके जो कह रहा है, और ये भी कहा है कि फ़ौज के ख़िलाफ़ नफ़रत एक स्पेशल मंसूबे के तहत पैदा की जा रही है, पहले क्यों नहीं फ़ौज के ख़िलाफ़ कभी नफ़रत हुई, अभी क्यों आई है? जी ज़रा हाथ हौला रखियो, क्योंकि एहतियात करया करो, चैनल का मसला भी होंदा है जी।
ਬਿਲਕੁਲ ਹੱਥ ਹੋਰ ਰੱਖ ਲਓ। ਮੈਂ ਜਵੇਦ ਸਾਹਿਬ ਗੱਲ ਇਹ ਜਿਹੜਾ ਅੱਜ ਉਹ ਅਹਿਮਦ ਸ਼ਰੀਫ ਹੈ, ਮੈਨੂੰ ਨਹੀਂ ਪਤਾ ਅਹਿਮਦ ਸ਼ਰੀਫ ਮੇਰੇ ਉਹਦਾ ਨਾਮ ਹੈ, ਨਾਮ ਉਹਦਾ ਹੂੰ ਪਤਾ ਨਹੀਂ ਰਾਈ ਸ਼ਰੀਫ ਦਾ ਭਰਾ ਹੈ ਜਾਂ ਕੋਈ ਹੋਰ ਹੈ, ਸ਼ਕਲ ਤੇ ਡਿਊਟੀ ਰਾਈ ਸ਼ਰੀਫ ਵਾਲੀ। ISPR ही कह लो, नाम मैंने भी नहीं ਉਹਦਾ ਸਹੀ ਪੂਰਾ ਪਤਾ ਹੈ। ਅੱਛਾ ISPR ਨੇ ਕਿਹਾ ਮੈਂ ਉਹ ਅਰਜ਼ ਕਰਨਾ ਪਿਆ, ਉਹਦੀ ਸ਼ਕਲ ਮਿਲਦੀ ਜੁਲਦੀ ਨਹੀਂ ਹੈ, ਅਲਬત્ਤਾ ਗੱਲ ਇਹ ਨਾਮ ਮਿਲਦਾ ਜੁਲਦਾ ਹੈ। ਜੋ ਉਹਨੇ ਕਿਹਾ ਮੈਂ ਸਾਰੀ ਤਕਰੀਰ ਸੁਣੀ ਹੈ, ਸਭ ਉਹ ਸਾਡੇ ਇਟਲੀ ਚ ਆਖਦੇ ਨੇ ਉਧਾਰ ਨੂੰ ਮਿਲੇ ਪਰ ਮਿਲੇ, ਤੇ ਚੈਂਤੋ ਪਰ ਚੈਂਤੋ ਨਹੀਂ, ਮਿਲੇ ਪਰ ਮਿਲੇ ਉਹਨੇ ਝੂਠ ਮਾਰਿਆ, ਬਕਵਾਸ ਕੀਤਾ, ਵਾਹਿਯਾਤੀ ਕੀਤੀ ਹੈ, ਬੇਗੈਰਤੀ ਕੀਤੀ। ਇੱਕ ਗੱਲ ਦੱਸੋ ਉਹਦਾ ਜ਼ਮੀਰ ਕੀ ਨਹੀਂ ਮੰਨਦਾ। ਉਹ ਜਿਹੜੇ ਉਹ ਗਜ਼ਲ 'ਚ ਬੈਠੇ ਹੈ ਵਿਸ਼ਕਾਰ, ਉਹ ਆਸਮਾਂ ਮੁਨਾਫਿਕ ਤਿੰਨੇ ਮੌਲਵੀ ਦਾ ਮੁਲਾ ਦਾ ਪਤਾ ਨਹੀਂ, ਕੋਈ ਅੱਗਾ ਨਹੀਂ ਪਿੱਛਾ ਨਹੀਂ, ਕੋਈ ਨਸਲ ਨਹੀਂ, ਖਾਨਦਾਨ ਚੈੱਕ ਕਰੋ ਕਿੱਥੋਂ ਆਇਆ ਕਿੱਥੋਂ, ਇਹ ਪਿੰਡਾਂ ਦੇ ਹੈ ਹੀ ਨਹੀਂ। ਅਸਲ ਮੈਂ ਅਰਜ਼ ਕਰਦਾ ਪਿੰਡੇ ਦੇ ਬੰਦਿਆਂ ਨੂੰ, ਉਹ ਇਹਦੇ ਪਿੱਛੇ ਜਾਓ ਚੈੱਕ ਕਰੋ ਕਿੱਥੋਂ ਦਾ ਬਾਪ ਆਇਆ, ਕੌਣ ਹੈ, ਕਿਹੜੀ ਨਸਲ ਹੈ। ਨਹੀਂ ਉਹਨੇ ਜੋ ਕਿਹਾ, ਉਹਨੇ ਜੋ ਕਿਹਾ ਉਹਦੇ ਉਹ ਤੁਸੀਂ ਕੀ ਕਹਿੰਦੇ ਜੇ, ਉਹਨੂੰ ਛੱਡ ਦਿਓ ਕਿੱਥੋਂ ਆਇਆ, ਅਸੀਂ ਉਹਨੂੰ ਕੀ ਗੱਲ ਕਰ ਲਗਾ ਨੇ। ਉਹਦੇ ਜਿਹੜੇ ਸਾਇਆ ਬੈਠੇ ਜਵੇਦ ਸਾਹਿਬ, ਮੈਂ ਨਹੀਂ ਮੰਨਦਾ। ਇੱਕ ਮੈਂ ਪੀਰ ਮੰਨਿਆ ਵੇ ਜਿਹਦਾ ਨਾਲ ਇਹ ਜ਼ੁਬਾਨ ਪਲੀਤ ਹੁੰਦੀ ਹੋਵੇ, ਤੇ ਮੈਂ ਕਿਹਾ ਮੇਰੀ ਬਹਿਸ ਸੱਚੀ ਹੈ, ਇਹਨੇ ਬਹਿਸ ਕੀਤੀ ਹੈ। ਇਹ 270 ਜਰਨਲ ਹੈ, ਤੁਹਾਨੂੰ ਦਿਸਦਾ ਪਿਆ ਕਿ ਜਿਸ ਦਿਹਾੜੇ ਉਹ ਰਿਛ ਗਿਆ ਹੈ, ਉਹ ਬਗੈਰਤ ਦਾ ਬੱਚਾ ਕੁੱਤਾ ਜਨਮੀ, ਖੁਦਾ ਉਹਨੂੰ ਗਲਤ ਕਰੇ, ਉਹਦੀ ਕਬਰ 'ਚ ਵੀ ਮੈਂ ਨਾ ਸੇਕ ਬਾਰ ਜਿਹੜਾ ਪੂਰੀ ਕੌਮ ਨੂੰ ਤਬਾਹ ਕਰ ਗਿਆ। ਇਹ ਜਿਹੜਾ ਸਾਲ ਇਹਨਾਂ ਲਾਇਆ ਟਕਾ ਕੇ 85 ਵਜ਼ੀਰਾਂ ਨੇ ਇਹ ਬਾਜਵਾ ਦਾ ਬਿਠਾਏ ਹਨ, ਇਹ ਆਸਮਾ ਮੁਨਾਫਿਕ ਹੈ, ਇਹ ਉਹਦਾ ਹੀ ਬਿਠਾਏ ਹੈ। ਉਹ ਆ ਗਿਆ ਮੈਂ ਵਾਂ, ਇਹ ਆ ਗਿਆ ਮੈਂ ਵਾਂ, ਉਹ ਆ ਗਿਆ ਮੈਂ ਵਾਂ, ਇਹ ਆ ਗਿਆ ਮੈਂ ਵਾਂ। ਇਹਨਾਂ ਦਾ ਇੱਕੋ ਹੀ ਪੀਰੋ ਮੁਰਸ਼ਿਦਾ ਦੱਲਾ ਇਸ਼ਤਿਹਾਰੀ ਬਗੈਰਤ ਮੁਨਾਫਿਕ ਜਨਾਬ ਲਈ ਮਨੀ ਲੈਂਡਰ ਦਲਿਆਂ ਦੀ ਔਲਾਦ ਹੀ ਨਾ ਮੰਡੀ ਚੋਂ ਆਇਆ, ਹੁਸਨੇ ਬਾਜ਼ਾਰ ਚੋਂ ਆਇਆ, ਅੰਮ੍ਰਿਤਸਰ ਬਾਜ਼ਾਰ ਚੋਂ ਆਇਆ। ਉਹ ਇਹਨਾਂ ਨੂੰ ਡੀਲ ਕਰਦਾ ਪਿਆ, ਉਹ ਚੀਫ ਆਫ ਆਰਮੀ ਸਟਾਫ ਲਾਣੇ ਹੈ। ਇਹ ਉਹਦਾ ਹੀ ਨਹੀਂ, ਇਹ ਉਹਦਾ ਮੁਰੀਦ ਨਹੀਂ ਹੈ, ਉਹਦੀ ਪਾਰਲੀਮੈਂਟ ਨਹੀਂ ਹੈ ਬੈਠਿਆ, ਉਹਦਾ ਲਾਇਆ ਲੀਜੀਆ ISPR ਦੀ। ਮੈਂ ਇਹਨੂੰ ਕਿੰਝ ਮੰਨਾਂ ਜੀ? ਨਹੀਂ ਲੇਕਿਨ ਉਹ ਕਿੱਥੋਂ ਆਇਆ ਇਹ ਸਵਾਲ ਨਹੀਂ, ਉਹ ਕੀ ਕਹਿ ਰਿਹਾ ਇਹ ਸਵਾਲ ਹੈ। ਉਹ ਬਕਵਾਸ ਕਰ ਰਿਹਾ, ਸਭ ਝੂਠ ਮਾਰ ਰਿਹਾ। ਬਿਲਕੁਲ ਜੇ ਉਹ ਸੱਚਾ ਹੈ ਤੇ ਉਹਨੂੰ ਮੁਨਾਫਿਕਾਂ ਨੂੰ ਕਹੇ ਨਾ ਮੈਨੂੰ, ਪਰ ਮੈਂ ਤੇਰੀ ਜਿਹੜੀ ਹੈ ਨਾ ਕਬੀਲੇ 'ਚ ਨਹੀਂ ਜਾਣਾ। ਬਿਲਕੁਲ ਮੈਂ ਦੂਜੇ ਲਿਆ ਨਾ ਕੱਲ ਦੀ ਉੱਥੇ ਦੇ ਬੰਦੇ ਵੀ ਗਾਇਬ ਜਿਹੜੇ ਹੋ ਰਹੇ ਨੇ, ਉਹ ਵੀ ਕਹਿੰਦੇ ਪਿੱਛੇ ਫੌਜ ਵਾ, ਬੰਦੇ ਗਾਇਬ ਕਰਨ ਦੇ ਵਿੱਚ ਚੁੱਕ ਕੇ ਲੈ ਜਾਂਦੇ ਨੇ, ਲੋਕਾਂ ਨੂੰ ਮਾਰਦੇ ਨੇ, ਨੰਗਾ ਕਰਦੇ ਨੇ, ਇੱਟਾਂ ਬੰਨ੍ਹ ਦਿੰਦੇ ਨੇ। ਉਹਨਾਂ ਦੇ ਪ੍ਰਾਈਵੇਟ ਪਾਰਟਸ ਜਿਨ੍ਹਾਂ ਦੇ ਡੀਂਗੇ ਨੇ ਉਹਨਾਂ ਨੂੰ ਸਿੱਧੇ ਕਰਵਾਉਣਾ। ਹੁਣ ਸੋਸ਼ਲ ਮੀਡੀਆ 'ਤੇ ਚੱਲਣ ਡਿਆ ਤੇ ਹਾਫਿਜ਼ ਦਵਾਖਾਨੇ ਨਾਲ ਰਾਬਤਾ ਕਾਇਮ ਕਰੋ, ਇਹ ਕਰੋ ਉਹ ਕਰੋ। ਕੀ ਹੈ, ਕਿਸ ਗੰਦ 'ਚ ਪੈ ਗਈ ਫੌਜ ਸਾਡੀ? ਜਵੇਦ ਸਾਹਿਬ ਪਹਿਲੇ ਪਤਾ ਨਹੀਂ ਲੱਗਦਾ ਸੀ, ਪਹਿਲਾਂ ਇੱਕ PTV ਸੋਸ਼ਲ ਮੀਡੀਆ ਨਹੀਂ ਹੈ, ਲੋਕਾਂ ਕੋਲ ਮੋਬਾਈਲ ਨਹੀਂ, ਘਰ ਫੋਨ ਕੋਈ ਨਹੀਂ ਹੁੰਦੇ। ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰੀ ਵਾਲਦਾ ਦਿੰਦਾ ਸੀ, ਮੈਂ ਖਾਲੀਏ ਬੁਲਾਈਦਾ ਸੀ, ਇੱਕ ਬੰਦੇ ਸੀ ਪ੍ਰਾਈਵੇਟ ਟਾਈਮ ਬਹੁਤ ਥੋੜਾ ਜਿਹਾ ਫੋਨ ਉਹਨੇ ਨਾ ਅੱਡੇ ਪਰ ਲਾਇਆ ਸੀ। ਮੈਂ 1 ਮਿੰਟ ਦੌੜ ਦੀ ਮਿੰਟ ਗੱਲ ਸੁਣਾਉਣਾ। ਮੈਂ ਤੂੰ 6 ਸਾਲ ਦੇ ਫੋਨ ਕੀਤੇ, ਕੋਈ ਖੱਤ ਪਾਈ ਦੇ, ਬਾਅਦ ਵਿੱਚ ਖਾਲੀਆਂ ਫੋਨ ਆਏ, ਅਸੀਂ ਪੈਸੇ ਦੇਖ ਨਾ ਉਹਨੂੰ 100 ਰੁਪਇਆ, ਇਹ ਬੁਲਾਉਂਦੇ ਆਪਣੀ ਮਾਂ ਨੂੰ। ਇਹ ਟਾਈਮ ਤੇ ਗੱਲ ਸੁਣ ਜਾਓ ਤੇ ਇਤਨਾ ਮਹਿੰਗਾ ਕਾਰਡ ਪਾਈ ਦੇ, 5 ਮਿੰਟ ਗੱਲ ਨਹੀਂ ਹੁੰਦੀ, ਖਾਲੀ ਬਸ ਮਾਂ ਦੀ ਆਵਾਜ਼ ਸੁਣ ਲਈ ਤਸੱਲੀ ਹੋ ਜਾਂਦੀ। ਹੁਣ ਹਰ ਬੰਦੇ ਕੋਲ ਤੁਹਾਨੂੰ ਮੈਂ ਦੱਸਿਆ ਨਹੀਂ, ਪਰ ਜਿਹੜੀ ਇਹ ਗਦਾਰ ਮੰਗਦੀਆਂ ਨੇ ਸਾਡੇ ਖਾਲੀ, ਸਾਡੇ ਨਾਲ ਕੋਲ ਕੀਮਤੀ ਮੋਬਾਈਲ ਜੀ, ਸਾਡੇ ਕੋਲ 200 ਯੂਰੋ ਦਾ ਹੋਗਾ ਮੋਬਾਈਲ, ਉਹਨਾਂ ਕੋਲ 1 ਕਿਲੋ ਦਾ 1200 ਯੂਰੋ ਦਾ ਪਾਉਂਡ ਉਹਨਾਂ ਕੋਲ ਫੋਨ ਜੀ, ਉਹਨਾਂ ਕੋਲ ਮਕਸਦ ਹੈ ਕਿ ਛੁਪਦੀ ਨਹੀਂ। ਇਹ ਜ਼ਿੰਦਗੀ 'ਚ ਪਹਿਲੀ ਵਾਰੀ ਨੰਗੇ ਹੋਏ ਨਾ ਸਭ ਤੋਂ ਵੱਡੇ ਦਰਿੰਦੇ ਹੀ ਸਾਡੇ ਜਨਰਲ ਨੇ। ਮੁਲਕ ਤਬਾਹੀ ਜਨਰਲ ਕੀਤੇ, ਮੁਰੱਬੇ ਜ਼ਮੀਨਾਂ ਕਾਹਦੇ ਵਾਸਤੇ ਭਾਈ? ਤੁਸੀਂ ਕੀ ਕਰਦੇ ਹੋ? ਚਲੋ ਅੱਜ ਬਹੁਤ ਜੀ ਇੰਨਾ ਹੀ ਬੜਾ ਹੈ ਅੱਜ। ਮੈਂ ਅੱਜ ਕਰਨਾ ਮੈਂ 2-3 ਮਿੰਟ ਹੋਰ ਦਿਓ ਤੁਹਾਡੀ ਮਿਹਰਬਾਨੀ, ਜਲਦੀ ਆਖਰੀ ਜਨਰਲ ਦੀ ਗੱਲ ਕਰਨਾ। ਮੈਂ ਅੱਜ ਕਰਨਾ ਪਿਆ ਜਵੇਦ ਸਾਹਿਬ, ਜਿਹੜੇ ਰਾਤੀ ਡਿਊਟੀਆਂ ਦਿੰਦੇ ਨੇ ਬਾਰਡਰਾਂ ਦੇ, ਸੱਪਾਂ ਦੀਆਂ ਸਿਰੀਆਂ ਮੰਗਦੇ ਨੇ, ਲੜਦੇ ਨੇ, ਉਹ ਤੇ ਸਾਡੇ ਸਿਪਾਹੀ ਤੋਂ ਲੈ ਕੇ ਜ਼ਿਆਦਾ ਕਰਨਲ ਸਾਹਿਬ ਤੱਕ ਜਾਂ ਮੇਜਰ ਸਾਹਿਬ ਤੱਕ, ਇਹ ਜਿਹੜੇ ਜਨਰਲ ਨੇ ਇਹਨਾਂ ਆਪਣੇ ਕਾਰੋਬਾਰ ਸ਼ੁਰੂ ਕੀਤੇ। ਕੋਈ ਜਨਰਲ ਦੀ ਮੁਬਰਰਾ ਨਹੀਂ ਹੈ, ਸਭਾਂ ਨੇ ਮੁਰੱਬੇ ਜ਼ਮੀਨਾਂ ਲਈਆਂ ਨੇ, ਕਿਸੇ ਜਨਾਬ ਦੀ ਪ੍ਰਾਪਰਟੀਆਂ ਬਣਾਈਆਂ ਨੇ, ਕਿਸੇ ਆਪਣੇ ਸਟੋਰ ਬਣਾਏ ਨੇ, ਅੰਨੀ ਪਾਈਏ ਕਾਹਦੇ ਵਾਸਤੇ? ਇਹਨਾਂ ਕੋਲ ਮੈਂ ਕਹਿੰਦਾ ਕੋਈ ਐਸਾ ਵਜ਼ੀਰ ਆਜ਼ਮ ਆਵੇ, ਉਹ ਗਰੀਬ ਭੁੱਖੀ ਮਰਦੇ ਜ਼ਾਲਮਾਂ ਦੇ ਟਾਪ ਦੇ। ਸਾਡਾ ਕਿ ਖਾਲੀ ਹਸਪਤਾਲ ਬਚੇ, ਸੀਐਮ ਬੰਦੇ ਜਾਂਦੇ, ਪੈਸੇ ਦਿੰਦੇ ਹੋਏ ਇਲਾਜ ਵੱਲ ਹੁੰਦਾ। ਯਕੀਨ ਕਰੋ ਮੈਨੂੰ ਇੱਕ ਬੰਦੇ ਫੋਨ ਕੀਤਾ, ਮੇਰੇ ਪਿੰਡ ਦਾ ਬੰਦਾ, ਉਹਦਾ ਬੱਚਾ ਬਿਮਾਰ ਹੋ ਗਿਆ, ਉਹ ਸੀਐਮ ਖਾਲੀਆਂ ਲੈ ਕੇ ਜੇ 5 ਲੱਖ ਰੁਪਇਆ ਰਿਹਾ, ਸਾਰੇ ਬੁੜਾ ਰੱਖਿਆ, ਟਗਿਆ ਨੂੰ ਆਰਾਮ ਨਹੀਂ ਆਇਆ ਉਹਨੂੰ। ਹਾਂ ਚਲੋ ਬਹੁਤ ਸ਼ੁਕਰੀਆ, ਅੱਜ ਬਹੁਤ ਹੈ, ਅੱਜ ਇੰਨਾ ਕੱਲ ਕਰਾਂਗੇ। ਅੱਜ ਥੋੜਾ ਸਟਾਫ ਛੁੱਟੀ ਤੇ ਹੈ, ਇੰਨਾ ਬਹੁਤ ਹੈ। ਠੀਕ ਹੈ ठीक है जनाब, गल पूरी नहीं, मैंने जाकर कल कर लगी, कल कर अल्लाह के वाले इस तरह। नाज़रीन एक ब्रेक लेते हैं, ब्रेक के बाद 2-4 बड़ी अहम बातें हैं। ब्रेक के बाद आपकी खिदमत दोबारा हाजिर। नाज़रीन एक रिपोर्ट सुनते हैं
اور اس پہ کچھ کہیں گے بھی جی۔ اچھا، 3 جو اس دور کے سب سے انٹیلیجنٹ پاکستانی ہیں نا، وہ تینوں اس وقت پاکستان سے باہر بیٹھے ہوئے ہیں، ٹھیک ہے، اور بالکل اچھا کیا ہوا کہ انہوں نے پاکستان سے باہر بیٹھے ہوئے۔ ان میں سے ایک کا تو اس لیے قتل ہونا تھا کیونکہ وہ قادیانی ہے، اور باقی 2 کو تو ویسے ہی غائب کر دینا تھا کسی نے۔ پہلے ہارورڈ کے پروفیسر خواجہ آسم، دوسرے ہے پرسٹن کے پروفیسر عاطف میاں، اور تیسری ہے MIT کی پروفیسر نرگس۔ پروفیسر آسم اور پروفیسر عاطف جو ہے وہ اکانومسٹ ہے، جبکہ پروفیسر نرگس جو ہے وہ MIT کی آسٹرو فزسسٹ ہے۔ جنرلی کیا ہوتا ہے کہ ایسے جو انتہائی انٹیلیجنٹ، انتہائی ٹیلنٹڈ، انتہائی کمپیٹنٹ لوگ ہوتے ہیں، باہر کے ممالک ان کو لے آتے ہیں ادھر، اور یہ لوگ بھی مجبوراً پاکستان چھوڑ کے باہر آتے ہیں کیونکہ پاکستان میں۔ اچھا، یہ میں آپ کو بتانا چاہ رہا تھا کہ اگر آپ جاہل ہیں، جس طرح اسحاق ڈار ہے، جس طرح وہ اس سے پہلے بھی ایک تھا جو ہمارے وزیر خزانہ تھا مفتیٰ، اگر تو آپ اس طرح کے فراڈی ہیں، اس طرح کے حرام خور ہیں، تو پاکستان میں آپ کے لیے جگہ ہے۔ جس طرح یہ 3 نام لیے گئے، ایک احمدی ہیں ان میں اور دوسرے 2 بھی ہیں۔ ہوتا یہ ہے کہ جب اس طرح کے قابل لوگ پاکستان میں چلے جاتے ہیں تو پھر ان کی زندگی خطرے میں بن جاتی ہے، پھر ہمارے جو نامعلوم افراد وہ ایسے لوگوں کو غائب کر دیتے ہیں کیونکہ ان کی ہیرا پھیری کے سوئچ نہیں لگتے، ان کو سوئچ لگانا مشکل ہو جاتا ہے کیونکہ سارا سسٹم سوئچ لگانے کے ساتھ چلتا ہے ہمارا۔ اور جب آپ کو ایماندار لوگ ملیں گے، اب مجھے بتائیے کہ عاطف میاں کی اگر بات کر لیتے ہیں، ایک تینوں کی تو چلو اتنا ٹائم نہیں ہمارے پاس، جب عمران خان اس کو پاکستان لے کے آیا تو مذہبی نفرت پھیلائی گئی، مذہبی نفرت کے ذریعے وہ پاکستان سے واپس چلا گیا۔ شاید اس کے لیے یہ بہتر ہوا ہو کیونکہ پاکستان کے لوگ اس قابل نہیں ہیں کہ ان کے نصیب میں کوئی ایماندار لوگ آئیں۔ دوسرے 2 لوگ بھی ایسے ہی، ایک خاتون ہے ایک مرد ہے۔ یہ میں بتانا چاہتا ہوں آپ کو کہ ایسے لوگوں کے لیے پاکستان میں جگہ نہیں۔ ان لوگوں سے دوسرے ممالک فائدہ اٹھاتے ہیں، امریکہ جیسے، پھر امریکہ ایک بڑی طاقت بنتا ہے۔ اسی طرح ڈاکٹر عبدالسلام کا نام بھی آپ کو یاد ہوگا، انہیں بھی مذہبی جو نفرت تھی اس کی وجہ سے پاکستان میں کوئی حوصلہ افزائی نہیں دی گئی، کوئی ایسا انتظام نہیں کیا گیا کہ وہاں کوئی خدمت کرتے، وہ بھی اٹلی میں آگے تھے۔ آج انگلینڈ میں یا یورپ کے لوگ یا دنیا کے ترقی یافتہ ممالک کے ان تعلیم یافتہ لوگوں کو کتنی عزت سے دیکھتے ہیں، مگر ہمارے جاہل لوگوں کو عزت سے دیکھتے۔ جاہل لوگوں میں آپ پنجاب میں دیکھ لیں، آپ سندھ میں دیکھ لیں، خیبر پختونخوا میں دیکھ لیں، بلوچستان میں دیکھ لیں، بدماش چاہیے، قابل نہیں چاہیے، بدماش جاہل چاہیے جو بڑکے لگائے، یہ لگائے وہ لگائے۔ آج عمران خان کی ایک بات مجھے بڑی پسند آئی کہ پیارے نبی صلی اللہ علیہ وسلم پر اتنی مشکلات آئی، اور یقین کرے کہ عمران خان کے یہ الفاظ میرے جیسے بندے کو جو خود بھی پروگرام کرتا رہتا ہے بہت حوصلہ دیتے ہیں کئی دفعہ، یا جب ہم کوئی اسلامی تعلیمات پڑھتے ہیں تو وہاں سے بھی ہمیں حوصلہ ملتا ہے۔ ہر بندہ کسی نہ کسی وقت کبھی گھبرا جاتا ہے، کبھی پریشان ہوتا ہے، لیکن جب اس طرح کے الفاظ، اس طرح کی قربانیاں، جس طرح حضرت امام حسین، امام حسن، نبی پاک صلی اللہ علیہ وسلم کے کتنے آپ سب کے سامنے کہ مشکل وقت آئے مگر حالات کا مقابلہ کیا۔ تو میرا خیال ہے کہ پاکستان میں بھی ابھی عوام کو حالات کا مقابلہ کرنے کے لیے نبی پاک صلی اللہ علیہ وسلم کی تعلیمات پر چلنا ہوگا۔ یہ چوروں کا ٹولہ آپ کو چھوڑنے والا نہیں اتنی جلدی، لیکن خدا کے گھر میں دیر ہے، اندھیر نہیں ہے۔ امید پہ دنیا قائم ہے۔ ہمارے چینل کو سبسکرائب کریں، جڑے رہیں ہمارے ساتھ۔